ਅਮ੍ਰਿਤਾ ਪ੍ਰੀਤਮ ਦੇ ਸਾਹਿਤਿਕ ਸਵੈ ਜੀਵਨੀ ਦਾ ਇਹ ਅੰਸ਼ ਕਿਰਮਚੀ ਲਕੀਰਾਂ। ਆਪਣੇ ਆਪ ਨਾਲ ਇੱਕ ਬਹੁਪੱਖੀ ਮੁਲਾਕਾਤ। ਸਭ ਤੋਂ ਪਹਿਲਾਂ ਮੈਂ ਇੱਕ ਬੁਨਿਆਦੀ ਸਵਾਲ ਪੁੱਛਣਾ ਚਾਹੁੰਦੀ ਹਾਂ, ਅੰਮ੍ਰਿਤਾ, ਕਿ ਤੂੰ ਕਿਉਂ ਲਿਖਦੀ ਹੈ? ਜਵਾਬ। ਇਸ ਸਵਾਲ ਦਾ ਜਵਾਬ ਮੈਂ ਆਈਨ ਰੈਂਡ ਦੇ ਇੱਕ ਨਾਵਲ ਦੇ ਮੁੱਖ ਪਾਤਰ ਦੀ ਜ਼ੁਬਾਨੀ ਦੇਣਾ ਚਾਹੁੰਦੀ ਹਾਂ। ਇਹ ਪਾਤਰ ਇੱਕ ਇਮਾਰਤਕਾਰ ਸੀ। ਉਹਨੂੰ ਜਦੋਂ ਇਹ ਪੁੱਛਿਆ ਗਿਆ ਕਿ ਉਹਨੇ ਕਿਉਂ ਇਮਾਰਤਕਾਰ ਬਣਨਾ ਚਾਹਿਆ ਤਾਂ ਉਹਨੇ ਜਵਾਬ ਦਿੱਤਾ ਸੀ, ਇਸ ਲਈ ਕਿ ਮੈਂ ਇਸ ਧਰਤੀ ਨੂੰ ਪਿਆਰ ਕਰਦਾ। ਇਸ ਉੱਤੇ ਬਣੀਆਂ ਹੋਈਆਂ ਸ਼ਕਲਾਂ ਮੈਨੂੰ ਪਸੰਦ ਨਹੀਂ ਅਤੇ ਮੈਂ ਇਹਨਾਂ ਸ਼ਕਲਾਂ ਨੂੰ ਬਦਲਣਾ ਚਾਹੁੰਦਾ। ਪ੍ਰਸ਼ਨ। ਪਰ ਇਹ ਧਰਤੀ ਪਤਾ ਨਹੀਂ ਕਿਹੋ ਜਿਹੀ ਹੈ। ਇਹਦੇ ਰਾਹਾਂ ਉੱਤੇ ਜਿੰਨੀਆਂ ਵੀ ਕੋਈ ਤਿੱਖੀਆਂ ਉਲਾਂਘਾਂ ਭਰਦਾ ਹੈ, ਉਨੀ ਬਹੁਤੀ ਰਾਹਾਂ ਦੀ ਧੂੜ ਫੱਕਦਾ ਹੈ। ਜਵਾਬ। ਧੂੜ ਦੇ ਖਾਕੀ ਚੋਲੇ ਨੂੰ ਜੇ ਅਜੇ ਵਟਾਇਆ ਨਹੀਂ ਜਾ ਸਕਦਾ ਤਾਂ ਘੱਟੋ ਘੱਟ ਉਹਦੇ ਵਿੱਚ ਸੁਪਨਿਆਂ ਦੀਆਂ ਕਿਰਮਚੀ ਲਕੀਰਾਂ ਜ਼ਰੂਰ ਉਣੀਆਂ ਜਾ ਸਕਦੀਆਂ ਨੇ। ਪ੍ਰਸ਼ਨ। ਸੁਪਨਿਆਂ ਦਾ ਰੰਗ ਹਮੇਸ਼ਾ ਕਿਰਮਚੀ ਨਹੀਂ ਰਹਿੰਦਾ ਅਮਰਤਾ, ਕਦੇ ਡੂੰਘਾ ਸੁਰਮਈ ਵੀ ਹੋ ਸਕਦਾ ਹੈ, ਡੂੰਘਾ ਕਸਮੈਲਾ। ਉੱਤਰ। ਇਹ ਠੀਕ ਹੈ, ਪਰ ਜਦੋਂ ਇਹ ਰੰਗ ਕਸਮੈਲਾ ਹੋਣ 'ਤੇ ਆ ਜਾਂਦਾ ਹੈ ਤਾਂ ਕੋਈ ਉਹਦੇ ਵਿੱਚ ਆਪਣੇ ਦਿਲ ਦਾ ਲਹੂ ਹੋਰ ਬਹੁਤਾ ਪਾ ਲੈਂਦਾ ਹੈ ਅਤੇ ਇੰਝ ਫਿਰ ਉਹਦੇ ਵਿੱਚ ਕਿਰਮਚੀ ਪਾ ਆ ਜਾਂਦੀ ਹੈ। ਪ੍ਰਸ਼ਨ। ਤੇਰੀਆਂ ਆਪਣੀਆਂ ਨਜ਼ਮਾਂ ਵਿੱਚੋਂ ਕੁਝ ਉਹ ਨਜ਼ਮਾਂ ਜਾਂ ਕੁਝ ਉਹ ਸਤਰਾਂ ਜੋ ਤੂੰ ਮੁੜ ਮੁੜ ਪੜ੍ਹੀਆਂ ਹੋਣ ਅਤੇ ਹੁਣ ਵੀ ਕਦੇ ਸੁੱਤੇ ਸਿਰ ਤੇਰੇ ਮੂੰਹੋਂ ਨਿਕਲ ਜਾਂਦੀਆਂ ਹੋਣ। ਉੱਤਰ। ਜਦੋਂ ਮੈਂ ਤੀਸਰੀ 'ਚ ਪੜ੍ਹਦੀ ਸਾਂ, ਮੈਨੂੰ ਯਾਦ ਹੈ ਅੱਧੀ ਛੁੱਟੀ ਵੇਲੇ ਅਸੀਂ ਸਾਰੀਆਂ ਕੁੜੀਆਂ ਝੁੰਗਲ ਮਾਟਾ ਮਾਰ ਲੈਂਦੀਆਂ ਸਾਂ ਅਤੇ ਉਸ ਝੁੰਗਲ ਮਾਟੇ ਦੇ ਅੰਦਰ ਆਪੋ ਆਪਣਾ ਰੋਟੀ ਦਾ ਡੱਬਾ ਖੋਲ੍ਹ ਲੈਂਦੀਆਂ ਸਾਂ। ਹੁਣ ਵੀ ਮੈਨੂੰ ਇੰਝ ਜਾਪਦਾ ਹੈ, ਜਦੋਂ ਮੈਨੂੰ ਬੜੀ ਭੁੱਖ ਲੱਗਦੀ ਹੈ, ਰਾਤ ਦਾ ਹਨੇਰਾ ਜਾਂ ਮੇਰੇ ਮਨ ਦੀਆਂ ਸੁਰਤੀਆਂ ਮੇਰੇ ਦੁਆਲੇ ਝੁੰਗਲ ਮਾਟਾ ਮਾਰ ਲੈਂਦੀਆਂ ਨੇ ਅਤੇ ਉਹਦੇ ਅੰਦਰ ਮੈਂ ਆਪਣੀਆਂ ਕਿਰਤਾਂ ਦਾ ਡੱਬਾ ਖੋਲ੍ਹ ਲੈਂਦੀ ਹਾਂ। ਇੱਕ ਇੱਕ ਗਰਾਈ ਤੋੜਨੀ ਹਾਂ, ਖਾਂਦੀ ਹਾਂ। ਰੋਜ਼ ਤਰ੍ਹਾਂ ਸਬਜ਼ੀ ਭਾਜੀ ਵੱਟ ਜਾਂਦੀ ਹੈ। ਉਸੇ ਤਰ੍ਹਾਂ ਕਿਸੇ ਦਿਨ ਕੋਈ ਗੀਤ, ਕਿਸੇ ਦਿਨ ਕੋਈ ਸਬਜ਼ੀਆਂ ਬਹੁਤੀਆਂ ਮਨ ਭਾਉਂਦੀਆਂ ਨੇ। ਇਸੇ ਤਰ੍ਹਾਂ ਕਈ ਸਤਰਾਂ। ਫਿਰ ਤੈਨੂੰ ਯਾਦ ਕੀਤਾ, ਅੱਗ ਨੂੰ ਚੁੰਮਿਆ ਅਸਾਂ, ਇਸ਼ਕ ਪੁੱਛੇਂਦਾ ਦੱਸ ਨਹੀਂ ਜਿੰਦੇ, ਕਰਮ ਕਹੇ ਕੂ ਕੀਤੇ, ਜਿੰਦ ਕਹੇ ਤੇਰੀ ਸ਼ੌਕ ਸੁਰਾਈਓ, ਦੁੱਖਾਂ ਦੇ ਦਾਰੂ ਪੀਤੇ, ਜਿਹੜੇ ਮੂੰਹ ਤੋਂ ਰੌਣਕਾਂ ਰੁੱਸ ਗਈਆਂ, ਹਾਲ ਵੇਖ ਜਾਵੀਂ ਉਹਨਾਂ ਵਿਹੜਿਆਂ ਦੇ, ਸਾਰ ਜਾਣਦੇ ਨੇ ਇਹਨਾਂ ਅੱਖਰਾਂ ਦੀ, ਸੱਜਣ ਵਿਛੜੇ ਸੱਜਣਾ ਜਿਹੜਿਆਂ ਦੇ। ਬਿਰਹਾ ਦਾ ਇੱਕ ਖਰਲ ਬਲੌਰੀ, ਜਿੰਦੜੀ ਦਾ ਆਸਾ ਸੁਰਮਾ ਪੀਠਾ, ਰੋਜ਼ ਰਾਤ ਨੂੰ ਅੰਬਰ ਆ ਕੇ ਮੰਗਦਾ ਇੱਕ ਸਲਾਈ ਵੇ, ਚੇਤਰ ਦਾ ਵਣਜਾਰਾ ਆਇਆ, ਬੁਚਕੀ ਮੋਢੇ ਚਾਈ ਵੇ। ਧਰਤੀ ਦਾ ਹੌਕਾ ਨਿਕਲਿਆ, ਅਸਮਾਨ ਨੇ ਸਿਸਕੀ ਭਰੀ, ਫੁੱਲਾਂ ਦਾ ਸੀ ਇੱਕ ਕਾਫਲਾ, ਤੱਤੇ ਥਲਾਂ 'ਚੋਂ ਗੁਜ਼ਰਿਆ, ਰਾਤ ਮੇਰੀ ਜਾਗਦੀ, ਤੇਰਾ ਖਿਆਲ ਸੌਂ ਗਿਆ। ਪਿਛਲੇ ਦਿਨਾਂ 'ਚ ਸ਼ਾਇਦ ਮੈਂ ਸਤਰਾਂ ਸਭ ਤੋਂ ਵੱਧ ਪੜ੍ਹੀਆਂ ਨੇ। ਅੱਖਾਂ ਦੀ ਟਾਹਣੀ ਅੱਥਰਾਂ ਪੱਕੀਆਂ, ਚੱਖ ਜਾ ਦਰਦ ਫਲੀ, ਮੈਂ ਤਾਂ ਜਨਮ ਜਲੀ। ਇੱਕ ਗੱਲ ਪੁੱਛਣ 'ਤੇ ਜੀਅ ਕਰਦਾ ਹੈ, ਪੁੱਛ ਲੈ। ਜਿਸ ਤਜਰਬੇ ਵਿੱਚੋਂ ਤੂੰ ਇਹ ਕਵਿਤਾ ਲਿਖੀ, ਜਨਮ ਜਲੀ, ਕਦੇ ਤੇਰਾ ਵੀ ਜੀਅ ਕੀਤਾ ਹੈ ਕਿ ਇਹ ਤਜਰਬਾ ਤੇਰੀ ਜ਼ਿੰਦਗੀ 'ਚ ਨਾ ਆਇਆ ਹੁੰਦਾ? ਇਸ ਗੀਤ 'ਚ ਇੰਨੀ ਤਲਖੀ ਹੈ ਕਿ ਪੜ੍ਹਨ ਵਾਲੀ ਦੀ ਜੀਭ 'ਤੇ ਛਾਲਾ ਉੱਠ ਖਲੋਂਦਾ ਹੈ। ਲਿਖਣ ਵੇਲੇ ਤੇਰਾ ਕੀ ਹਾਲ ਹੋਇਆ ਹੋਵੇਗਾ? ਹਾਲ ਕੁਝ ਵੀ ਹੋਇਆ ਹੋਵੇ, ਪਰ ਇਹ ਮੈਂ ਕਦੇ ਨਹੀਂ ਚਾਹਿਆ ਕਿ ਮੇਰੀ ਜ਼ਿੰਦਗੀ ਵਿੱਚ ਇਹ ਤਜਰਬਾ ਨਾ ਆਇਆ ਹੁੰਦਾ। ਤਲਖੀ ਇਸ ਤਜਰਬੇ ਦਾ ਇੱਕ ਪਾਸਾ ਹੈ, ਸਾਰਾ ਤਜਰਬਾ ਨਹੀਂ। ਜਿੱਥੇ ਇਸ ਤਜਰਬੇ 'ਚੋਂ ਮੈਂ ਇਹ ਲਿਖਿਆ ਹੈ, ਦੁੱਖਾਂ ਦਾ ਸਾਇਆ ਭਾਰਾ ਸੁਣੀਂਦਾ, ਇਹ ਸੰਜੋਗ ਬਲੀ, ਮੈਂ ਤਾਂ ਜਨਮ ਜਲੀ, ਬਿਰਹਾ ਦੇ ਬੂਹੇ ਵੱਜੀ ਵਧਾਈ, ਸਾਡੀ ਸ਼ਗਨ ਤਲੀ, ਮੈਂ ਤਾਂ ਜਨਮ ਜਲੀ। ਉੱਥੇ ਇਸ ਤਜਰਬੇ ਵਿੱਚੋਂ ਮੈਂ ਵੀ ਲਿਖਿਆ ਹੈ, ਸੁਪਨੇ ਦਾ ਇੱਕ ਥਾਣੋਂ ਆਇਆ, ਗੱਜਕੂ ਕੱਪੜਾ ਪਾੜ ਲਿਆ ਤੇ ਉਮਰਾਂ ਦੀ ਚੋਲੀ ਸੀਤੀ, ਅੱਜ ਅਸਾਂ ਅੰਬਰ ਦੇ ਘੜਿਓਂ ਬੱਦਲ ਦੀ ਇੱਕ ਚੱਪਣੀ ਲਾਈ, ਘੁੱਟ ਚਾਨਣੀ ਪੀਤੀ। ਇਸ ਤਜਰਬੇ ਦੇ ਦੋ ਪਾਸੇ ਇੰਝ ਨੇ ਜਿਵੇਂ ਰੋਮਾਂ ਰੋਲਾਂ ਦੀ ਜ਼ਿੰਦਗੀ 'ਚ ਆਈਆਂ ਦੋ ਕੁੜੀਆਂ, ਇੱਕ ਉਹਦੀ ਪ੍ਰੇਮਿਕਾ ਅਤੇ ਦੂਜੀ ਉਹਦੀ ਮਿੱਤਰ ਕੁੜੀ ਮਾਲਵੇਦਾ, ਜਿਨ੍ਹਾਂ ਬਾਰੇ ਉਹ ਆਖਦਾ ਹੈ ਕਿ ਇੱਕ ਨੇ ਮੈਨੂੰ ਪੀੜ ਦਿੱਤੀ ਜਿਹਦੇ ਨਾਲ ਮੇਰੇ
ਮਨ ਦੀ ਧਰਤੀ ਜ਼ਰਖੇਜ਼ ਹੋ ਗਈ ਤੇ ਦੂਸਰੀ ਨੇ ਇੱਕ ਸ਼ਾਂਤ ਅਸਮਾਨ ਵਾਂਗ ਮੇਰੀ ਰੱਖਿਆ ਕੀਤੀ, ਜਿਹਦੇ ਨਾਲ ਮੇਰੇ ਮਨ ਦੀ ਧਰਤੀ 'ਚ ਹੁਨਰ ਦਾ ਫਲ ਪੱਕ ਗਿਆ। ਪਿੱਛੇ ਜੇ ਮੈਂ ਤੇਰੀ ਇੱਕ ਨਜ਼ਮ ਪੜ੍ਹੀ, ਸਾਲ ਮੁਬਾਰਕ, ਜਿਹਦੇ 'ਚ ਸੱਭਿਅਤਾ ਦੀਆਂ ਬਾਹਾਂ ਵਿੱਚੋਂ ਚੂੜੀ ਟੁੱਟਣ ਦਾ ਜ਼ਿਕਰ ਹੈ ਤੇ ਵਿਸ਼ਵਾਸ ਦੇ ਕਾਗਜ਼ ਉੱਤੇ ਸਿਆਹੀ ਡੁੱਲਣ ਦਾ ਜ਼ਿਕਰ। ਆਖਦਾ ਇਸ ਨਜ਼ਮ ਤੋਂ ਬਾਅਦ ਤੂੰ ਕਦੇ ਆਸ਼ਾਵਾਦੀ ਕਵਿਤਾ ਨਹੀਂ ਲਿਖੇਂਗੀ, ਕੀ ਇਹ ਠੀਕ ਹੈ? ਉੱਤਰ, ਨਹੀਂ, ਇਹ ਠੀਕ ਨਹੀਂ, ਕਿਉਂਕਿ ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਤਕੜੀ ਆਸ਼ਾਵਾਦੀ ਕਵਿਤਾ ਇਸ ਕਵਿਤਾ ਤੋਂ ਬਾਅਦ ਲਿਖੀ ਹੈ, ਜਿਹਦੀਆਂ ਪਹਿਲੀਆਂ ਸਤਰਾਂ ਨੇ, ਹੋਠਾਂ ਦਾ ਕੱਪੜਾ ਪਾਟ ਗਿਆ ਪਰ ਗੰਢ ਨਹੀਂ ਖੁੱਲ੍ਹਦੀ ਸਾਹਾਂ ਦੀ। ਗੋਰਕੀ ਜਦੋਂ ਟਾਲਸਟਾਏ ਨੂੰ ਮਿਲਿਆ ਸੀ, ਉਹਨੇ ਮਹਿਸੂਸ ਕੀਤਾ ਸੀ ਕਿ ਜਦੋਂ ਤੱਕ ਉਹ ਆਦਮੀ ਜਿਉਂਦਾ ਹੈ ਮੈਂ ਯਤੀਮ ਨਹੀਂ ਹੋ ਸਕਦਾ। ਮੈਂ ਮਨੁੱਖੀ ਮੁਹੱਬਤ ਦੀ ਇਹੋ ਜਿਹੀ ਸਿਖਰ ਵੇਖੀ ਕਿ ਹਨੇਰੇ ਵਰ੍ਹਿਆਂ ਦੇ ਸਾਹਮਣੇ ਵੀ ਉਹਦੇ ਚਾਨਣੇ ਪਲ ਵੱਡੇ ਜਾਪਦੇ ਨੇ, ਤੇ ਜਦ ਤੱਕ ਇਹਨਾਂ ਪਲਾਂ ਦਾ ਚਾਨਣ ਜਿਉਂਦਾ ਹੈ ਮੇਰਾ ਵਿਸ਼ਵਾਸ ਯਤੀਮ ਨਹੀਂ ਹੋ ਸਕਦਾ। ਪ੍ਰਸ਼ਨ, ਤੂੰ ਕਿਸੇ ਵੀ ਸਾਹਿਤਿਕ ਸਭਾ ਜਾਂ ਕਾਨਫਰੰਸ 'ਚ ਨਹੀਂ ਜਾਂਦੀ, ਕਿ ਮੈਂ ਇਹ ਸਮਝਾਂ ਕਿ ਤੂੰ ਕਿਸੇ ਸਾਹਿਤਿਕ ਮੇਲ ਵਿੱਚ ਕਦੇ ਖੁਸ਼ੀ ਨਹੀਂ ਲਈ? ਉੱਤਰ, ਸਾਹਿਤਿਕ ਮੇਲ ਨੂੰ ਕਾਨਫਰੰਸਾਂ ਜਾਂ ਸਭਾਵਾਂ ਨਾਲ ਜੋੜਨ ਦੀ ਲੋੜ ਨਹੀਂ, ਕਿਉਂਕਿ ਇਹਨਾਂ ਚੀਜ਼ਾਂ ਦਾ ਆਪੋ ਵਿੱਚ ਕੋਈ ਸਬੰਧ ਨਹੀਂ। ਸਾਹਿਤਿਕ ਮੇਲ ਮੈਂ ਤੱਕੇ ਵੀ ਨੇ, ਤਾਂਗੇ ਵੀ ਨੇ, ਤੇ ਉਹਨਾਂ ਨੂੰ ਮੈਂ ਆਪਣੀ ਉਮਰ ਦੇ ਬੋਝੇ 'ਚ ਕੀਮਤੀ ਸਿੱਕਿਆਂ ਵਾਂਗ ਸਾਂਭਿਆ ਹੋਇਆ। ਪ੍ਰਸ਼ਨ, ਕੁਝ ਵੇਰਵੇ ਨਾਲ ਆਖ। ਉੱਤਰ, ਇਹੋ ਜਿਹਾ ਮੇਲ ਮੈਂ 2, 3 ਜਾਂ 5, 7 ਬੰਦਿਆਂ ਦੀ ਮਹਿਫਿਲ 'ਚ ਹੀ ਮੁਮਕਿਨ ਵੇਖਿਆ। ਸ਼ਾਇਦ ਇਸ ਲਈ ਕਿ ਇਹੋ ਜਿਹੀ ਮਾਨਸਿਕ ਇਕਸੁਰਤਾ ਮਿਲ ਸਕਣੀ ਇਦੋਂ ਬਹੁਤੇ ਲੋਕਾਂ 'ਚ ਸੰਭਵ ਨਹੀਂ, ਘੱਟੋ ਘੱਟ ਮੇਰੇ ਤਜਰਬੇ 'ਚ ਨਹੀਂ ਆਈ। ਮੇਰਾ ਵਿਸ਼ਵਾਸ ਉਹੋ ਜਿਹੀ ਲਗਨ 'ਚ, ਜਿਹੋ ਜਿਹੀ ਲਗਨ ਨਾਲ ਜੰਗ ਦੇ ਦਿਨਾਂ 'ਚ ਰੋਮਾ ਰੋਲਾ ਇਕੱਲਾ ਬਹਿ ਕੇ ਮਨੁੱਖੀ ਇਨਸਾਫ ਵਾਸਤੇ ਸਾਰੀ ਦੁਨੀਆ ਨੂੰ ਪਏ ਹੋਏ ਨਫ਼ਰਤ ਦੇ ਦੌਰੇ ਨਾਲ ਜੂਝਦਾ ਰਿਹਾ, ਤੇ ਮੇਰਾ ਵਿਸ਼ਵਾਸ ਉਹੋ ਜਿਹੇ ਸਾਹਿਤਿਕ ਮੇਲ ਵਿੱਚ ਹੈ, ਜਿਹੜਾ ਮੇਲ ਸਟੀਫਨ ਜ਼ਵਿਗ ਦੇ ਰੋਮਾ ਰੋਲਾ ਨੇ ਇੱਕ ਦੂਸਰੇ ਨਾਲ ਆਪਣਾ ਹੱਥ ਮਿਲਾਉਣ ਲੱਗਿਆਂ ਵੇਖਿਆ, ਜਦੋਂ ਕਿ 2 ਹੱਥ ਫਰਾਂਸੀਸੀ ਸਨ ਤੇ 2 ਹੱਥ ਜਰਮਨ, ਤੇ ਦੋਵੇਂ ਮੁਲਕ ਉਸ ਵੇਲੇ ਇੱਕ ਦੂਜੇ ਦੇ ਦੁਸ਼ਮਣ ਸਨ। ਪ੍ਰਸ਼ਨ, ਪੰਜਾਬੀ ਆਲੋਚਨਾ ਬਾਰੇ ਤੇਰਾ ਕੀ ਖਿਆਲ ਹੈ? ਆਲੋਚਨਾ ਉਹ ਖੇਤਰ ਹੈ ਜਿਸ ਖੇਤਰ ਦੇ ਸਿਪਾਹੀ ਕੋਲ 2 ਹਥਿਆਰ ਜ਼ਰੂਰ ਚਾਹੀਦੇ ਨੇ, ਇੱਕ ਤਲਵਾਰ ਤੇ ਇੱਕ ਢਾਲ। ਵਿਸ਼ਾਲ ਜਾਣਕਾਰੀ ਦੀ ਤਲਵਾਰ ਤੇ ਰਸਿਕਤਾ ਦੀ ਢਾਲ। ਪ੍ਰਿੰਸੀਪਲ ਤੇਜਾ ਸਿੰਘ ਪੰਜਾਬੀ ਸਾਹਿਤ ਦਾ ਪਹਿਲਾ ਤੇ ਸੱਚਾ ਆਲੋਚਕ ਸੀ। ਉਹਦੇ ਹੱਥਾਂ 'ਚ ਇਹ ਦੋਵੇਂ ਹਥਿਆਰ ਸਨ, ਜਿਨ੍ਹਾਂ ਨੂੰ ਵਰਤਣ ਲੱਗਿਆ ਉਹਨੇ ਕਦੇ ਵਿਤਕਰਾ ਨਹੀਂ ਸੀ ਕੀਤਾ, ਆਲਸ ਵੀ ਕਦੇ ਨਹੀਂ ਸੀ ਕੀਤਾ। ਮੈਂ ਆਲੋਚਕ ਉਹਨੂੰ ਆਖਦੀ ਹਾਂ ਜਿਹਦੀ ਆਲੋਚਨਾ ਨੂੰ ਪੜ੍ਹ ਕੇ ਸਾਹਿਤਕਾਰ ਦਾ ਕੁਝ ਹੋਰ ਉਸਾਰਨ ਨੂੰ ਜੀ ਕਰੇ, ਅੱਗੇ ਨਾਲੋਂ ਨਵਾਂ, ਅੱਗੇ ਨਾਲੋਂ ਚੰਗਾ। ਉਹਦੀਆਂ ਅੱਖਾਂ 'ਚ ਕੁਝ ਝਿਲਮਿਲ ਕਰੇ, ਉਹਦੇ ਹੱਥਾਂ 'ਚ ਕਲਵਲ ਹੋਵੇ, ਤੇ ਹੋਰ ਬਹੁਤ ਸਾਰੀ ਜ਼ਮੀਨ ਉਹਦੇ ਸੁਪਨਿਆਂ ਦੀ ਹੱਦ 'ਚ ਆ ਜਾਵੇ। ਇੱਕ ਵਾਰ ਮੈਂ ਆਪਣੀ ਕਵਿਤਾ ਦਿਲਾਂ ਦੇ ਭੇਤ ਬਾਰੇ ਪ੍ਰਿੰਸੀਪਲ ਹਰਬੰਸ ਸਿੰਘ ਦੀ ਆਲੋਚਨਾ ਪੜ੍ਹੀ। ਇਸ ਕਵਿਤਾ 'ਚ ਮਾਂ ਧੀ ਗੱਲਾਂ ਕਰਦੀਆਂ ਨੇ। ਮਾਂ ਨੂੰ ਮੈਂ ਪੰਜਾਬ ਦੀ ਤਵਾਰੀਖ ਆਖਿਆ ਸੀ ਤੇ ਧੀ ਨੂੰ ਸਮੇਂ ਦੀ ਜਵਾਨੀ। ਹਰਬੰਸ ਸਿੰਘ ਨੇ ਇਹਨੂੰ ਨਵੇਂ ਅਰਥ ਦਿੱਤੇ। ਮਾਂ ਉਹਨੇ ਮੇਰੇ ਅੰਦਰਲੀ ਬੌਧਿਕਤਾ ਨੂੰ ਆਖਿਆ ਤੇ ਧੀ ਮੇਰੇ ਅੰਦਰਲੀ ਭਾਵੁਕਤਾ ਨੂੰ। ਉਸ ਦਿਨ ਮੈਨੂੰ ਇਹ ਜਾਪਿਆ ਕਿ ਹੁਣ ਜਦੋਂ ਤੱਕ ਕਿਸੇ ਆਲੋਚਕ ਦੀ ਸੂਝ ਹਰਬੰਸ ਸਿੰਘ ਵਰਗੀ ਤਿੱਖੀ ਨਹੀਂ ਹੋਏਗੀ, ਮੈਨੂੰ ਪ੍ਰਭਾਵਿਤ ਨਹੀਂ ਕਰ ਸਕੇਗੀ। ਸਾਡੇ ਬਹੁਤ ਸਾਰੇ ਆਲੋਚਕ ਇੰਝ ਲਿਖਦੇ ਨੇ ਜਿਵੇਂ ਉਹਨਾਂ ਦੇ ਅੰਦਰ ਉਹਨਾਂ ਦੀ ਰੂਹ 'ਚ ਕੋਈ ਨਾੜ ਸੁੱਜੀ ਹੋਈ ਹੁੰਦੀ ਹੈ, ਜਿਹਦੇ ਉੱਤੇ ਉਹ ਕਿਸੇ ਨਾ ਕਿਸੇ ਦੀ ਨਿੰਦਿਆ ਦਾ ਲੇਪ ਕਰਦੇ ਰਹਿੰਦੇ ਨੇ। ਸਾਡੇ ਕੁਝ ਆਲੋਚਕ ਇੰਝ ਲਿਖਦੇ ਨੇ ਜਿਵੇਂ ਉਹ ਆਲੋਚਨਾ ਦੇ ਸਿਧਾਂਤ ਕਿਸੇ ਰਹਿਤਨਾਮੇ 'ਚੋਂ ਪੜ੍ਹ ਕੇ ਆਏ ਹੋਣ, ਜਿਨ੍ਹਾਂ 'ਚ ਕਿਸੇ ਵਕਤ ਨਾਲ ਜਾਂ ਅਮਲ ਨਾਲ ਕੋਈ ਲਚਕ ਨਹੀਂ ਆ ਸਕਦੀ, ਰੁੱਖੇ ਠੰਡੇ ਸਮੇਂ ਦੀ ਲੋੜ ਨਾਲੋਂ ਪਛੜੇ ਹੋਏ ਤੇ ਮਾਂਗਵੇ ਸਿਧਾਂਤ। ਪ੍ਰਸ਼ਨ, ਇੱਕ ਅਜੀਬ ਸਵਾਲ ਮਨ 'ਚ ਆਇਆ ਹੈ। ਸਵਾਲ ਇਹ ਵੇ ਕਿ ਹੁਣ ਤਾਂ ਭਲਾ ਤੇਰੇ ਸਾਹਮਣੇ ਇੱਕੋ ਰਸਤਾ ਸੀ, ਕਲਮ ਦਾ ਰਸਤਾ, ਕਿਰਤ ਦਾ ਰਸਤਾ, ਤੂੰ ਅਪਣਾ ਲਿਆ। ਪਰ ਜੇ ਤੇਰੇ ਸਾਹਮਣੇ 2 ਰਸਤੇ ਹੁੰਦੇ, ਇੱਕ ਇਹੋ ਰਸਤਾ ਬਿਰਹਾ ਦਾ ਤੇ ਕਲਮ ਦਾ, ਪਰ ਦੂਜਾ ਇਹ ਤੋਂ ਬਿਲਕੁਲ ਵੱਖਰਾ, ਬਿਲਕੁਲ ਉਲਟਾ। ਉੱਤਰ, ਜੇ ਚੋਣ ਆਪਣੇ ਹੱਥ ਹੋਵੇ ਤਾਂ ਬਿਰਹਾ ਦਾ ਰਸਤਾ ਚੁਣਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪ੍ਰਸ਼ਨ, ਮੇਰਾ ਮਤਲਬ ਹੈ ਬਿਰਹਾ 'ਚੋਂ ਦਰਦ ਪੈਦਾ ਹੁੰਦਾ ਹੈ, ਦਰਦ ਵਿੱਚੋਂ ਕਿਰਤ ਤੇ ਕਿਰਤ ਵਿੱਚੋਂ ਇੱਕ ਖਾਸ ਤਰ੍ਹਾਂ ਦੀ ਸੰਤੁਸ਼ਟੀ। ਉੱਤਰ, ਇੱਕ ਦਿਨ ਮੈਂ ਬਲਵੰਤ ਗਾਰਗੀ ਤੇ ਸਾਡੇ ਦੋਵਾਂ ਦੀ ਸਾਂਝੀ ਇੱਕ ਦੋਸਤ ਕੁੜੀ ਉਮਾ ਰਲ ਕੇ ਬੈਠੇ ਸਾਂ। ਸੂਰਜ ਆਪਣੇ ਸੇਕ ਨਾਲ ਪੰਘਰਦਾ ਪਿਆ ਸੀ। ਆਪੋ ਆਪਣੇ ਮਨਾਂ ਦੇ ਆਪਣੇ ਸੇਕ ਨਾਲ ਸਾਡੀਆਂ ਗੱਲਾਂ ਪੰਘਰੀਆਂ ਹੋਈਆਂ ਸਨ।
ਫਿਰ ਜਿਵੇਂ ਡੁੱਬਦੇ ਸੂਰਜ ਦੀ ਲਾਲੀ ਬਹੁਤ ਗੂੜੀ ਹੋ ਜਾਂਦੀ ਹੈ, ਉਮਾ ਨੇ ਇੱਕ ਸਵਾਲ ਕੀਤਾ। ਪਲਕੂ ਲਈ ਸਾਡੀਆਂ ਗੱਲਾਂ ਵੀ ਗੂੜੀਆਂ ਹੋ ਗਈਆਂ। ਉਹ ਸਵਾਲ ਇਹ ਸੀ ਕਿ ਜੇ ਕੁਦਰਤ ਤੁਹਾਡੇ ਸਾਹਮਣੇ ਦੋ ਚੀਜ਼ਾਂ ਰੱਖੇ, ਇੱਕ ਕਿਰਤਕ ਤਾਕਤ ਤੇ ਦੂਜਾ ਉਹ ਬੰਦਾ ਜਿਹਦੇ ਨਾਲ ਤੁਸੀਂ ਜਿਉਣਾ ਚਾਹੋ, ਤਾਂ ਤੁਸੀਂ ਕਿਹੜੀ ਚੀਜ਼ ਚੁਣੋਗੇ? ਇਹ ਜ਼ਾਹਿਰ ਹੈ ਕਿ ਜੇ ਤੁਸੀਂ ਕਿਰਤਕ ਤਾਕਤ ਚੁਣੋਗੇ ਤਾਂ ਉਹ ਬੰਦਾ ਨਹੀਂ ਪਾ ਸਕੋਗੇ ਜਿਹਨੂੰ ਤੁਸੀਂ ਪਿਆਰ ਕਰਦੇ ਹੋਵੋ, ਤੇ ਜੋ ਬੰਦਾ ਚੁਣੋਗੇ ਤਾਂ ਤੁਹਾਡੇ ਅੰਦਰੋਂ ਤੁਹਾਡੀ ਹੁਨਰੀ ਤਾਕਤ ਖਤਮ ਹੋ ਜਾਏਗੀ। ਪ੍ਰਸ਼ਨ, ਬਿਲਕੁਲ ਇਹੋ ਮਤਲਬ ਹੈ ਮੇਰੇ ਸਵਾਲ ਦਾ। ਉਮਾ ਨੇ ਇਸ ਸਵਾਲ ਨੂੰ ਹੋਰ ਔਖਿਆਂ ਕਰ ਦਿੱਤਾ। ਆਖਿਆ ਕਿ ਜੇ ਤੁਸੀਂ ਮਨ ਚਾਹੇ ਬੰਦਾ ਚੁਣੋ ਤਾਂ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਜੇ ਆਪਣੇ ਇਸ ਹੁਨਰ 'ਚ ਨਹੀਂ ਤਾਂ ਕਿਸੇ ਹੋਰ ਪਾਸੇ ਉੱਨਤੀ ਕਰ ਸਕੋਗੇ, ਸਗੋਂ ਇਹ ਕਿ ਤੁਹਾਨੂੰ ਗੁਜ਼ਾਰੇ ਲਈ ਕੋਈ ਬਹੁਤ ਛੋਟਾ ਕੰਮ ਕਰਨਾ ਪਏਗਾ, ਮਸਲਨ ਕੋਲੇ ਵੇਚਣ ਦਾ ਕੰਮ। ਬੜਾ ਦਿਲਚਸਪ ਸਵਾਲ ਹੈ। ਉਮਾ ਨੇ ਪਹਿਲੋਂ ਇਹ ਸਵਾਲ ਬਲਵੰਤ ਨੂੰ ਪੁੱਛਿਆ। ਬਲਵੰਤ ਦੇ ਸੰਗ 'ਚ ਕਿੰਨਾ ਚਿਰ ਇਹਦਾ ਜਵਾਬ ਅੜਿਆ ਰਿਹਾ। ਫਿਰ ਉਹਨੇ ਖੰਘਾਰ ਕੇ ਜਿਵੇਂ ਅੱਧਾ ਜਵਾਬ ਅੰਦਰ ਲੰਘਾ ਲਿਆ ਤੇ ਅੱਧਾ ਬਾਹਰ ਕੱਢਿਆ। ਮੈਂ ਸ਼ਾਇਦ ਹੁਨਰ ਚੁਣਾਂਗਾ, ਪਰ ਉਸ ਬੰਦੇ ਦੇ ਤੋਂ ਬਗੈਰ ਹੁਨਰ ਵੀ ਕਿਹੜੇ ਕੰਮ। ਤੇ ਬਲਵੰਤ ਨੇ ਇਹ ਅੱਧਾ ਜਵਾਬ ਮੋੜ ਕੇ ਉਹਦੀ ਥਾਵੇਂ ਦੂਜਾ ਅੱਧਾ ਜਵਾਬ ਦਿੱਤਾ। ਮੈਂ ਉਹ ਬੰਦਾ ਚੁਣਾਂਗਾ, ਪਰ ਇਹ ਵੀ ਗੱਲ ਨਹੀਂ ਬਣ ਸਕਦੀ। ਤੇ ਬਲਵੰਤ ਨੇ ਦੋਵੇਂ ਅਧੂਰੇ ਜਵਾਬ ਜੋੜ ਕੇ ਇੱਕ ਜਵਾਬ ਬਣਾਇਆ। ਮੈਂ ਤਾਂ ਵੀ ਦੋਵੇਂ ਚੀਜ਼ਾਂ ਚਾਹੁੰਦਾ। ਇਹ ਤਾਂ ਸਾਰੇ ਹੀ ਚਾਹੁੰਦੇ ਨੇ, ਪਰ ਜੇ ਦੋਵੇਂ ਚੀਜ਼ਾਂ ਮਿਲ ਜਾਣ ਤਾਂ ਫਿਰ ਸਵਾਲ ਕਾਹਨੂੰ ਪੈਦਾ ਹੋਵੇ? ਉੱਤਰ, ਉਮਾ ਨੇ ਵੀ ਇਹੋ ਗੱਲ ਆਖੀ ਤੇ ਫਿਰ ਮੈਨੂੰ ਪੁੱਛਿਆ। ਪ੍ਰਸ਼ਨ, ਤੂੰ ਕੀ ਜਵਾਬ ਦਿੱਤਾ? ਉੱਤਰ, ਮੈਂ ਤਾਂ ਆਖਿਆ ਕਿ ਮੈਂ ਉਹ ਬੰਦਾ ਚੁਣ ਲਵਾਂ। ਉਮਾ ਆਖਣ ਲੱਗੀ, ਫੇਰ ਕੋਲੇ ਵੇਚਣੇ ਪੈਣਗੇ। ਮੈਂ ਆਖਿਆ ਕੋਈ ਗੱਲ ਨਹੀਂ, ਉਹਨਾਂ ਕੋਲਿਆਂ ਨੂੰ ਦਿਲ ਦੀ ਅੱਗ ਨਾਲ ਆਪੇ ਮਘੂ ਲਊਂਗੀ। ਪ੍ਰਸ਼ਨ, ਜਿਉਣ ਦੀ ਸਾਰੀ ਚਾਹ ਨੂੰ ਸਿਰਫ ਕਲਾ ਦੇ ਢਲੇ ਹੋਏ ਰੂਪ ਵਿੱਚ ਹੀ ਪਾ ਸਕਣਾ ਕਿੰਝ ਲੱਗਦਾ ਹੈ? ਉੱਤਰ, ਇਹ ਗੇਟ ਨੰਬਰ 2 ਹੈ ਅਸਲ ਵਿੱਚ। ਕੀ ਮਤਲਬ? ਮੈਨੂੰ ਇੱਕ ਗੱਲ ਚੇਤੇ ਆਈ ਹੈ। ਇੱਕ ਦਿਨ ਨਵਤੇਜ ਦਿੱਲੀ ਆਇਆ ਤਾਂ ਉਹਨੂੰ ਪਤਾ ਲੱਗਾ ਕਿ ਉਹ ਕੁੜੀ ਅੱਜ ਕੱਲ੍ਹ ਦਿੱਲੀ 'ਚ ਸੀ ਜਿਹਨੂੰ ਉਹ ਮਨ ਦੀਆਂ ਡੂੰਘਾਣਾਂ 'ਚੋਂ ਪਿਆਰ ਕਰਦਾ ਸੀ ਤੇ ਸ਼ਾਇਦ ਹਮੇਸ਼ਾ ਕਰਦਾ ਰਹੇਗਾ। ਇੱਕ ਸ਼ਹਿਰ 'ਚ ਹੋਣ ਦੇ ਅਹਿਸਾਸ ਨੇ ਤੇ ਫਿਰ ਵੀ ਮਿਲ ਸਕਣ ਦੀ ਮਜਬੂਰੀ ਨੇ ਉਹਨੂੰ ਬੜਾ ਉਦਾਸ ਕਰ ਦਿੱਤਾ। ਉਹਨਾਂ ਦਿਨਾਂ 'ਚ ਦਿੱਲੀ 'ਚ ਖੇਤੀਬਾੜੀ ਦੀ ਬੜੀ ਵੱਡੀ ਨੁਮਾਇਸ਼ ਲੱਗੀ ਸੀ ਤੇ ਉਹ ਨੁਮਾਇਸ਼ ਵੇਖਣ ਚਲਾ ਗਿਆ ਕਿ ਸ਼ਾਇਦ ਹਜ਼ਾਰਾਂ ਲੋਕਾਂ ਵਾਂਗ ਅੱਜ ਉਸ ਕੁੜੀ ਨੂੰ ਵੀ ਕਿਤੇ ਨੁਮਾਇਸ਼ ਵੇਖਣ ਦਾ ਖਿਆਲ ਆ ਗਿਆ ਹੋਵੇ। ਕਈ ਘੰਟੇ ਉਹ ਭੀੜ ਨੂੰ ਫਰੋਲਦਾ ਰਿਹਾ। ਫਿਰ ਲਾਊਡ ਸਪੀਕਰ ਤੋਂ ਆਵਾਜ਼ ਆਈ ਕਿ ਜਿਨ੍ਹਾਂ ਲੋਕਾਂ ਦੇ ਸਾਥੀ ਗੁਆਚ ਗਏ ਹੋਣ ਉਹ ਗੇਟ 2 ਤੇ ਆ ਜਾਣ ਤੇ ਇੱਕ ਦੂਜੇ ਨੂੰ ਲੱਭ ਲੈਣ। ਨਵਤੇਜ ਦੇ ਪੈਰ ਮੱਲੂ ਮੱਲੀ ਗੇਟ ਨੰਬਰ 2 ਵੱਲ ਚਲੇ ਗਏ। ਪ੍ਰਸ਼ਨ, ਹਾਏ, ਨੁਮਾਇਸ਼ ਦੀ ਭੀੜ 'ਚ ਗੁਆਚਿਆ ਹੋਇਆਂ ਵਾਸਤੇ ਕੋਈ ਗੇਟ ਨੰਬਰ 2 ਹੋ ਸਕਦਾ ਹੈ, ਪਰ ਜ਼ਿੰਦਗੀ ਦੀ ਭੀੜ 'ਚ ਗੁਆਚਿਆ ਹੋਇਆਂ ਵਾਸਤੇ ਕਿਹੜਾ ਕੋਈ ਗੇਟ ਨੰਬਰ 2 ਹੋਏਗਾ? ਉੱਤਰ, ਦੂਸਰੇ ਦਿਨ ਜਦੋਂ ਮੈਨੂੰ ਨਵਤੇਜ ਨੇ ਗੱਲ ਸੁਣਾਈ ਤੇ ਮੈਂ ਉਹਨੂੰ ਆਖਿਆ ਸੀ ਕਿ ਜ਼ਿੰਦਗੀ ਦੇ ਵਿਛੜਿਆਂ ਵਾਸਤੇ ਇਸ ਦੁਨੀਆ 'ਚ ਜੇ ਕੋਈ ਗੇਟ ਨੰਬਰ 2 ਹੋ ਸਕਦਾ ਹੈ ਤਾਂ ਉਹ ਸਿਰਫ ਸਾਡੀਆਂ ਕਹਾਣੀਆਂ ਜਾਂ ਸਾਡੀਆਂ ਨਜ਼ਮਾਂ ਹੀ ਹੋ ਸਕਦੀਆਂ ਨੇ। ਉਸ ਦਿਨ ਨਵਤੇਜ ਆਪਣੀਆਂ ਉਹ ਸਾਰੀਆਂ ਕਹਾਣੀਆਂ ਪੜ੍ਹਦਾ ਰਿਹਾ ਜਿਨ੍ਹਾਂ 'ਚ ਉਸ ਕੁੜੀ ਦਾ ਜ਼ਿਕਰ ਆਉਂਦਾ ਸੀ। ਪ੍ਰਸ਼ਨ, ਤੈਨੂੰ ਆਪਣੀ ਹੁਣ ਦੀ ਹਾਲਤ ਕਿਹੋ ਜਿਹੀ ਲੱਗਦੀ ਹੈ? ਉੱਤਰ, ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਬੰਦਾ ਹਾਰਿਆ ਹੋਇਆ ਨਾ ਹੋਵੇ, ਪਰ ਉਹਨੂੰ ਹਮੇਸ਼ਾ ਲਈ ਹਾਰਿਆ ਹੋਇਆਂ ਦੀ ਪਾਲ 'ਚ ਖਲੋਣਾ ਪੈ ਗਿਆ ਹੋਵੇ। ਪ੍ਰਸ਼ਨ, ਮੁਹੱਬਤ ਅਕਸਰ ਸਾਡੀ ਦੁਨੀਆ 'ਚ ਅਸਫਲ ਰਹਿੰਦੀ ਹੈ। ਤੇਰੇ ਖਿਆਲ 'ਚ ਅਸਫਲਤਾ ਦਾ ਸਭ ਤੋਂ ਵੱਡਾ ਕਾਰਨ ਕੀ ਹੋ ਸਕਦਾ ਹੈ? ਮੈਂ ਆਮ ਸਮਾਜਿਕ ਕਾਰਨਾਂ ਤੋਂ ਹਟ ਕੇ ਸਵਾਲ ਪੁੱਛ ਰਹੀ ਹਾਂ। ਉੱਤਰ, ਮੇਰੇ ਖਿਆਲ 'ਚ ਅਸਫਲਤਾ ਦਾ ਸਭ ਤੋਂ ਵੱਡਾ ਤੇ ਮੂਲ ਕਾਰਨ ਇਹ ਹੈ ਕਿ ਇਸ ਇੱਕ ਲਫ਼ਜ਼ ਮੁਹੱਬਤ ਦਾ ਅਰਥ ਇੱਕ ਨਹੀਂ। ਔਰਤ ਵਾਸਤੇ ਇਸ ਲਫ਼ਜ਼ ਦਾ ਅਰਥ ਕੁਝ ਹੋਰ ਹੁੰਦਾ ਹੈ, ਮਰਦ ਵਾਸਤੇ ਕੁਝ ਹੋਰ। ਪ੍ਰਸ਼ਨ, ਮਰਦ ਵਾਸਤੇ ਇਹਦਾ ਅਰਥ? ਉੱਤਰ, ਉਹਦੀ ਹੋਂਦ ਦਾ ਇੱਕ ਹਿੱਸਾ। ਪ੍ਰਸ਼ਨ, ਤੇ ਔਰਤ ਵਾਸਤੇ? ਉਹਦੀ ਸਾਰੀ ਹੋਂਦ। ਧੰਨਵਾਦ।